ਕੀ ਤੁਹਾਨੂੰ ਪਤਾ ਹੈ ਆਸਟ੍ਰੇਲੀਆ ਵਰਲਡ ਕਲਾਸ ਐਜੂਕੇਸ਼ਨ ਦੇ ਨਾਲ ਸਟੂਡੈਂਟਸ ਨੂੰ ਦਿੰਦਾ ਹੈ 35% ਤੱਕ ਸਕਾਲਰਸ਼ਿਪ ਅਮਾਉਂਟ ਜੋ ਤੁਹਾਨੂੰ ਬਚਾਉਂਦਾ ਹੈਗਾ 5 ਲੱਖ ਰੁਪਏ ਮਿਨੀਮਮ ਸਾਲਾਨਾ। ਤਾਂ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਲਈ ESS ਗਲੋਬਲ ਦੀ ਐਕਸਪਰਟ ਟੀਮ ਨੂੰ ਹੁਣੇ ਕੰਟੈਕਟ ਕਰੋ 90419 90419। ਸੋ +2 ਦਾ ਜਿਹੜਾ ਰਿਜ਼ਲਟ ਆ ਚੁੱਕਿਆ ਹੈ ਤੇ ਸਟੂਡੈਂਟਸ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੇ ਰਾਈਟ ਪ੍ਰੋਸੈਸ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਰਾਈਟ ਵੇ ਤੇ ਚੱਲਦੇ ਹੋਏ ਤੁਸੀਂ ਵੀਜ਼ਾ ਆਪਣਾ ਹਾਸਲ ਕਰ ਸਕੋ। ਕੁਝ ਗੱਲਾਂ UK ਨੂੰ ਲੈ ਕੇ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਬਹੁਤ ਹੀ ਖਾਸ ਗੱਲਾਂ ਹੈ ਤੇ ਤੁਸੀਂ ਬਹੁਤ ਧਿਆਨ ਨਾਲ ਸੁਣਨੀਆਂ ਤੇ ਵੇਖਣੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਤੇ ਅੱਜ ਕੈਨੇਡਾ ਅਤੇ UK ਨੂੰ ਲੈ ਕੇ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸੋ ਗੱਲ ਦੀ ਸ਼ੁਰੂਆਤ ਆਪਾਂ ਕੈਨੇਡਾ ਤੋਂ ਹੀ ਕਰਨ ਜਾ ਰਹੇ ਹਾਂ। ਤਾਂ ਆਪਾਂ ਜਦੋਂ ਹੁਣ ਕਮਿੰਗ ਇਨਟੇਕਸ ਦੀ ਗੱਲ ਕਰਦੇ ਹਾਂ, ਨੈਕਸਟ ਇਨਟੇਕ ਦੀ ਗੱਲ ਕਰ ਰਹੇ ਹਾਂ, ਵੀਜ਼ਾਸ ਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ? ਪਹਿਲਾਂ ਤਾਂ ਪ੍ਰੋਸੈਸ ਦੇ ਵੀ ਪੁਆਇੰਟ ਆਫ ਵਿਊ ਤੋਂ ਕਿੰਨਾ ਟਾਈਮ ਲੱਗ ਰਿਹਾ ਹੈ, ਸਮੂਥ ਪ੍ਰੋਸੈਸ ਹੈ ਜਾਂ ਪੈਂਡਿੰਗ ਚੱਲ ਰਿਹਾ ਹੈ? ਦੇਖੋ ਵੀਜ਼ਾ ਤਾਂ ਇਸ ਟਾਈਮ ਟੱਚਵੁੱਡ ਕਹਿੰਦੇ ਨਾ ਕੈਨੇਡਾ ਦਾ ਪੂਰੀ ਸਪੀਡ ਤੇ ਆਂਦਾ ਪਿਆ। ਐਟਲੀਸਟ ਆਪਣੀ ਪ੍ਰੋਫਾਈਲਸ ਜਿਹੜੀਆਂ ਲੱਗੀਆਂ ਸੀ 3 ਵਾਰ ਰਿਫਿਊਜ਼ ਹੋਈਆਂ ਸੀਗੀਆਂ ਉਹਨਾਂ ਦੇ ਵੀਜ਼ੇ ਵੀ ਮੈਨੂੰ ਲੱਗਦਾ 2019 ਰਿਪੀਟ ਹੋ ਰਿਹਾ ਕਿਤੇ ਨਾ ਕਿਤੇ ਜਿਸ ਹਿਸਾਬ ਨਾਲ ਵੀਜ਼ਾ ਆ ਰਿਹਾ ਤੇ ਸਪੀਡ ਬਹੁਤ ਜ਼ਿਆਦਾ ਤੇਜ਼ੀ ਨਾਲ ਹੈਗੀ ਹੈ। ਆਲਮੋਸਟ 30 ਤੋਂ 40 ਦਿਨਾਂ ਦੇ ਵਿੱਚ ਐਵਰੀ ਫਾਈਲ ਇਜ਼ ਗੈਟਿੰਗ ਐਨ ਆਊਟਕਮ। ਤੇ ਇਸ ਟਾਈਮ ਜੇ ਆਪਾਂ ਕਾਲਜਿਸ ਦੀ ਗੱਲ ਕਰੀਏ ਹਰੇਕ ਕਾਲਜ 90-95% ਸਕਸੈਸ ਰੇਟ ਆਪਣਾ ਇੰਜੋਏ ਕਰਦਾ ਪਿਆ ਵਿਦ ਦਾ ਜਿਹੜੇ ਲੌਜਮੈਂਟ ਹੋ ਰਹੀਆਂ ਫਾਈਲਾਂ। ਜਿਹੜੇ ਪਿਛਲੇ ਕਾਫੀ ਦੇਰ ਤੋਂ ਸਟਰਕ ਸੀ ਫਾਈਲਾਂ ਉਹ ਵੀ ਪਿਛਲੇ 1.5 ਮਹੀਨਿਆਂ ਦੇ ਵਿੱਚ ਨਿਕਲਣੀਆਂ ਸ਼ੁਰੂ ਹੋ ਗਈਆਂ ਫਟਾਫਟ। ਆਈ ਥਿੰਕ ਸਟ੍ਰਾਈਕ ਕਿਤੇ ਨਾ ਕਿਤੇ ਵਧੀਆ ਰਹੀ। ਜੇ ਸਟ੍ਰਾਈਕ ਖਤਮ ਹੋਈ ਹੈ ਤਾਂ ਵਾਪਸ ਉਹ ਡਬਲ ਸਪੀਡ ਤੋਂ ਵਾਪਸ ਆ ਕੇ ਕੰਮ ਹੋਣਾ ਸ਼ੁਰੂ ਹੋ ਗਿਆ ਹਰੇਕ ਉਹ ਸਟੂਡੈਂਟ ਫਾਈਲ ਤੇ ਜੋ ਸੈਪਟੈਂਬਰ ਇਨਟੇਕ ਦੇ ਵੀਜ਼ੇ, ਮਈ ਇਨਟੇਕ ਦੇ ਵੀਜ਼ੇ, ਦੇ ਆਰ ਕਮਿੰਗ ਲਾਈਕ ਐਨੀਥਿੰਗ। ਜੀ ਬਿਲਕੁਲ। ਸੋ ਦੇਖੋ ਹੁਣ ਚਾਹੇ ਅਸੀਂ ਜਿਵੇਂ ਗੱਲ ਫਰੈਸ਼ ਸਟੂਡੈਂਟਸ ਦੀ ਕਰ ਰਹੇ ਹਾਂ, ਸੋ ਕਈਆਂ ਨੇ PT ਕਰਨੀ ਹੁੰਦੀ ਹੈ, ਕਈਆਂ ਨੇ IELTS ਕਲੀਅਰ ਕਰਨਾ ਹੁੰਦਾ ਹੈ ਜਾਂ ਪਹਿਲਾਂ ਤੋਂ ਕਿਸੇ ਨੇ PT ਕੀਤੀ ਹੋਈ ਹੈ। ਸਵਾਲ ਇੱਕ ਵੱਡਾ ਰਹਿੰਦਾ ਹੈ ਕੀ PT ਦੇ ਨਾਲ ਅਪਲਾਈ ਕਰਨਾ ਚਾਹੀਦਾ ਹੈ? ਕੀ PT ਨਾਲ ਅਸੀਂ ਅਪਲਾਈ ਕਰਾਂਗੇ ਤੇ ਸਾਡੇ ਸਟੱਡੀ ਵੀਜ਼ਾ ਦੇ ਚਾਂਸਿਸ ਹੈ ਜਾਂ ਨਹੀਂ ਸਾਨੂੰ PT ਦੇ ਨਾਲ ਅਪਲਾਈ ਕਰਨਾ ਚਾਹੀਦਾ? ਦੇਖੋ ਮੇਰਾ ਸਟੈਟਿਸਟਿਕਸ ਇਹ ਕਹਿੰਦਾ ਬੇਸਿਕਲੀ ਅਸੀਂ PT ਨੂੰ ਬੜਾ ਕਲੋਜ਼ਲੀ ਵਾਚ ਕੀਤਾ ਪਿਛਲੇ 2 ਇਨਟੇਕਸ ਲਈ ਜਿਹਦੇ ਵਿੱਚ ਉਹਦਾ ਸਕਸੈਸ ਰੇਟ 10% ਤੋਂ ਉੱਤੇ ਨਹੀਂ ਹੈਗਾ। ਦੈਟ ਵਾਟ ਵੀ ਹੈਵ ਫਿਗਰਡ ਆਊਟ। ਪਰ ਉਹਦੇ ਨਾਲ ਇੱਕ ਹੋਰ ਚੀਜ਼ ਜਿਹੜੀ ਦੇਖਣ ਨੂੰ ਮਿਲੀ ਹੈ, ਇਹ ਸਟੂਡੈਂਟ ਜਿਹੜਾ PT ਵਾਲਾ ਹੈ ਉਹ ਕਿਤੇ ਨਾ ਕਿਤੇ ਡਿਪਲੋਮਾ ਸੈਕਟਰ 'ਚ ਹੀ ਜਾਂਦਾ ਹੈਗਾ ਔਨ ਕਮਿਊਨਿਟੀ ਕਾਲਜਿਸ ਹੋ ਗਏ ਜਾਂ ਦੂਸਰੇ ਕਾਲਜਿਸ ਦੇ ਵਿੱਚ ਹੋ ਕੇ। ਜੇ ਅਸੀਂ ਇਸ ਇਨਟੇਕ ਦੇ ਵਿੱਚ ਉਹਨੂੰ ਥੋੜ੍ਹਾ ਜਿਹਾ ਡਿਫਰੈਂਟ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ, PT ਦੇ ਕੇਸਿਸ ਯੂਨੀਵਰਸਿਟੀ ਵਿੱਚ ਪਾਏ ਇੱਥੇ ਡਿਗਰੀਜ਼ ਹੁੰਦੀਆਂ ਨੇ ਜਾਂ PG ਡਿਪਲੋਮਾਸ ਹੁੰਦੀਆਂ ਨੇ ਜਾਂ ਮਾਸਟਰਸ ਡਿਗਰੀ ਹੁੰਦੇ ਨੇ, ਉੱਥੇ ਸਕਸੈਸ ਰੇਟ PT ਦਾ ਕਿਤੇ ਨਾ ਕਿਤੇ 50% ਤੱਕ ਆ ਕੇ ਈਵਨ ਹੋ ਗਿਆ। ਐਂਡ ਦੈਟ ਲੀਡ ਟੂ ਅਸ ਟੂ ਅ ਕਨਕਲੂਜਨ ਹਾਈ ਕਮਿਸ਼ਨ ਇਹਨੂੰ ਚੰਗੀ ਤਰ੍ਹਾਂ ਦੇਖਦਾ ਹੋਏਗਾ ਸ਼ਾਇਦ ਦੈਟ ਤੁਸੀਂ ਇੱਕ ਡਿਗਰੀ ਕਰਨ ਜਾ ਰਹੇ ਹੋ, ਉੱਥੇ ਇੰਗਲਿਸ਼ ਦਾ ਕੋਈ ਵੀ ਚੈਪਟਰ ਤੁਸੀਂ ਟੋਫਲ ਕੀਤਾ ਹੈ, PT ਕੀਤਾ ਹੈ ਔਰ ਵਿਦਆਊਟ ਆਇਲਸ ਵੀ ਜਿਵੇਂ ਕਈ ਯੂਨੀਵਰਸਿਟੀਜ਼ ਲੈਂਦੀਆਂ ਨੇ MOI ਦੇ ਬੇਸ 'ਤੇ ਟੌਪ ਯੂਨੀਵਰਸਿਟੀਜ਼ ਆਈ ਐਮ ਟਾਕਿੰਗ, ਉਹਨਾਂ ਲਈ ਇੰਗਲਿਸ਼ ਦਾ ਫਰਕ ਨਹੀਂ ਪੈਂਦਾ। ਵੇਅਰਐਜ਼ ਇਫ ਯੂ ਆਰ ਗੋਇੰਗ ਟੂ ਅ ਕਮਿਊਨਿਟੀ ਕਾਲਜ ਜਿੱਥੇ ਮੈਜੋਰਿਟੀ ਆਫ ਐਪਲੀਕੇਸ਼ਨ ਜਾ ਰਿਹਾ ਹੈ ਉੱਥੇ ਕਿਤੇ ਨਾ ਕਿਤੇ PT ਦਾ ਸਕਸੈਸ ਰੇਟ 10% ਤੋਂ ਉੱਤੇ ਨਹੀਂ ਹੈਗਾ। ਤਾਂ ਇਫ ਯੂ ਆਰ ਵਨ ਆਫ ਦੋਜ਼ ਸਟੂਡੈਂਟਸ ਜਿਹੜੇ PT ਕਰਕੇ ਜਾਂ ਬੈਚਲਰ ਕੀਤੀ ਹੋਈ ਹੈ ਐਂਡ PT ਕੀਤਾ ਹੋਇਆ ਤਾਂ ਅਪਲਾਈ ਫॉर ਯੂਨੀਵਰਸਿਟੀਜ਼ ਐਂਡ ਯੂ ਵਿਲ ਫੀਲ ਦਾ ਡਿਫਰੈਂਸ ਔਰ ਅ ਚੇਂਜ ਆਪਣੇ ਵੀਜ਼ਾ ਐਪਲੀਕੇਸ਼ਨ ਦੇ ਸਕਸੈਸ ਦੇ ਵਿੱਚ। ਤੇ ਇਸ ਟਾਈਮ ਕੈਨੇਡਾ ਉਸ ਦੌਰ 'ਤੇ ਹੈ ਆਈ ਬਿਲੀਵ ਜਿਹੜੀ ਪ੍ਰੋਫਾਈਲ ਆ ਰਹੀ ਹੈ ਉਹਦੇ ਐਡਵਾਂਟੇਜਸ ਮੈਰਿਟ ਦੇ ਕੇ ਸਿੱਧਾ ਉਹਨੂੰ ਵੀਜ਼ਾ ਦੇ ਰਹੀ ਹੈ, ਚਾਹੇ ਉਹ ਤੁਹਾਡੀ ਪ੍ਰੋਫਾਈਲ 3 ਵਾਰ ਰਿਫਿਊਜ਼ ਕਿਉਂ ਨਹੀਂ ਹੈ, ਯੂ ਆਰ ਗੈਟਿੰਗ ਦਾ ਵੀਜ਼ਾਸ ਐਟ ਦਿਸ ਪੁਆਇੰਟ ਆਫ ਟਾਈਮ। ਜੀ ਬਿਲਕੁਲ। ਤੇ ਜਿਹੜੇ ਹੁਣ ਸਟੂਡੈਂਟਸ ਹੈ ਫਿਲਹਾਲ +2 ਤੋਂ ਬਾਅਦ PT ਵਿੱਚ ਜਾ ਰਹੇ ਨੇ IELTS, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਇੱਥੇ ਕਰੋਗੇ ਚੰਗੇ ਰਿਜ਼ਲਟ ਲਈ? ਮੈਨੂੰ ਲੱਗਦਾ ਸਟੂਡੈਂਟ ਨਾ ਇੱਕ ਸਟੈਪ ਅੱਗੇ ਸੋਚਣਾ ਸ਼ੁਰੂ ਹੋ ਗਿਆ ਕਿਉਂਕਿ ਜਿਵੇਂ ਸ਼ੁੱਕਰਵਾਰ ਨੂੰ ਰਿਜ਼ਲਟ ਆਇਆ ਸਵੇਰੇ ਤੋਂ ਫੋਨ ਵੱਜਣਾ ਸ਼ੁਰੂ ਹੋਇਆ, ਭਾਜੀ ਮੇਰੇ 65% ਨੰਬਰ ਆ ਗਏ, IELTS 6 ਬੈਂਡ ਵੀ ਆ ਗਏ ਕਿਉਂਕਿ ਉਹ ਸ਼ੁੱਕਰਵਾਰ ਨੂੰ ਹੀ IELTS ਦਾ ਰਿਜ਼ਲਟ ਵੀ ਆਇਆ ਸੀ ਪਿਛਲੇ ਲੋਟ ਦਾ ਤੇ 12ਵੀਂ ਦਾ ਰਿਜ਼ਲਟ ਵੀ ਆਇਆ ਸੀਗਾ। ਤੇ ਸਟੂਡੈਂਟ ਅੱਜ ਜ਼ਿਆਦਾ ਤਿਆਰ ਹੈ ਸੈਪਟੈਂਬਰ ਇਨਟੇਕ ਵਾਸਤੇ। ਬਹੁਤ ਸਾਰੇ ਇੰਸਟੀਚਿਊਟ ਦੇ ਵਿੱਚ ਸੀਟਾਂ ਪਈਆਂ ਨੇ ਅਪਕਮਿੰਗ ਇਨਟੇਕ ਲਈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਸਟੂਡੈਂਟ ਨੂੰ ਆਪਣੇ ਆਪ ਨਾਲ ਬਸ ਓਪਨ ਹੋਣ ਦੀ ਲੋੜ ਹੈ। ਓਪਨ ਤੋਂ ਮੇਰਾ ਮਤਲਬ ਹੈ ਲੋਕੇਸ਼ਨ ਆਪਣੀ ਪ੍ਰੈਫਰੈਂਸ ਛੱਡੋ, ਰਿਸ਼ਤੇਦਾਰੀ ਛੱਡੋ, ਮੇਰੇ ਚਾਚੇ ਮਾਮੇ ਨੇ ਕੰਮ ਉੱਥੇ ਲੱਭਿਆ ਉਹਨੂੰ ਛੱਡਣਾ ਪੈਣਾ ਕਿਉਂਕਿ ਵੀਜ਼ਾ ਤੁਹਾਡਾ ਕੋਰਸ 'ਤੇ ਆਉਣਾ ਹੈ। ਇੱਕੋ ਚੀਜ਼ ਬਾਰ-ਬਾਰ ਵੀਜ਼ਾ ਤੁਹਾਡਾ ਕੋਰਸ 'ਤੇ ਆਉਣਾ ਹੈ। ਜਿਹੜੇ 3 ਵਾਰ ਵੀਜ਼ਾ ਰਿਜੈਕਟ ਕਰਾ ਕੇ ਸਟੂਡੈਂਟ ਆਉਂਦਾ ਨਾ ਉਹ ਇੱਕੋ ਗੱਲ ਕਹਿੰਦਾ ਭਾਜੀ
ਮੇਰਾ ਵੀਜ਼ਾ ਹੋ ਜਾਊਗਾ ਕਿ ਨਹੀਂ ਹੋਊਗਾ ਬਸ। ਹੁਣ ਮੈਂ ਸਾਰੀਆਂ ਪ੍ਰੈਫਰੈਂਸ ਛੱਡਤੀਆਂ, ਕੋਈ ਦੋਸਤ ਨਹੀਂ, ਕੋਈ ਮਿੱਤਰ ਨਹੀਂ, ਕੋਈ ਚਾਚਾ ਜੀ ਮਾਮਾ ਜੀ ਨਹੀਂ, ਕਿਉਂਕਿ ਮੈਨੂੰ ਪਤਾ ਜਦ ਮੇਰਾ ਵੀਜ਼ਾ ਨਹੀਂ ਲੱਗਿਆ ਉਹਨਾਂ ਨੇ ਵਾਪਸ ਨਹੀਂ ਆਉਣਾ, ਮੈਂ ਇੱਥੋਂ ਪਹੁੰਚਣਾ। ਤੇ ਉਹਦੇ ਵਾਸਤੇ ਪਹਿਲਾ ਸਟੈਪ ਤਾਂ ਹੈ ਮੈਨੂੰ ਵੀਜ਼ਾ ਤੋਂ ਬਾਅਦ ਉੱਥੇ ਜਾ ਕੇ ਮੈਂ ਦੇਖਾਂਗਾ 6 ਮਹੀਨੇ ਜਾਂ ਸਾਲ ਬਾਅਦ ਮੈਂ ਉੱਧਰ ਸ਼ਿਫਟ ਵੀ ਕਰਨਾ ਹੈ, ਜਾਂ ਜਿਵੇਂ ਅੱਜ ਦੀ ਡੇਟ 'ਚ ਦੁਨੀਆ ਦੂਜੇ ਪ੍ਰੋਵਿੰਸਿਸ ਜਾ ਕੇ PR ਹੁੰਦੀਆਂ ਪਈਆਂ ਨੇ, ਜਾਂ ਉਹੀ ਪ੍ਰੋਵਿੰਸ ਨੂੰ ਲੈ ਕੇ ਅੱਗੇ ਜਾਵਾਂ। ਤਾਂ ਅੱਜ ਆਪਣੇ ਕੋਰਸ ਸਿਲੈਕਸ਼ਨ ਦੇ ਉੱਤੇ ਮੈਜੋਰਿਟੀ ਟਾਈਮ ਇਨਵੈਸਟ ਕਰੋ, ਆਪਣੇ ਕੰਸਲਟੈਂਟ ਨੂੰ ਜਾਂ ਆਪਣੇ ਇੰਟਰਨੈਟ ਦੇ ਉੱਤੇ ਕੋਰਸ ਮੋਡਿਊਲਸ ਆਪਣੇ ਸਬਜੈਕਟ ਜਿਹੜੇ ਪੜ੍ਹੇ ਹੈ ਉਹਦੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੀ ਕੋਸ਼ਿਸ਼ ਕਰੋ। ਵੀਜ਼ਾ ਤੁਹਾਡਾ ਯੂ ਵਿਲ ਹੈਵ 90 ਜਿਵੇਂ ਮੈਂ ਕਿਹਾ 90+% ਸਕਸੈਸ ਹਰ ਇੰਸਟੀਚਿਊਟ ਇੰਜੋਏ ਕਰ ਰਿਹਾ ਅੱਜ ਦੀ ਡੇਟ ਦੇ ਵਿੱਚ, ਐਂਡ ਯੂ ਵਿਲ ਬੀ ਵਨ ਆਫ ਦੋਜ਼ ਸਟੂਡੈਂਟ ਇਨ ਸੈਪਟੈਂਬਰ ਇਨਟੇਕ। ਜੀ, ਸੋ ਸੈਪਟੈਂਬਰ ਇਨਟੇਕ ਜਿਵੇਂ ਕਿ ਮੇਜਰ ਇਨਟੇਕ ਜ਼ਰੂਰ ਮੰਨਿਆ ਜਾਂਦਾ ਹੈ ਕੈਨੇਡਾ ਵਿੱਚ, ਅਸੀਂ ਰਸ਼ ਵੀ ਬਹੁਤ ਸਾਰਾ ਦੇਖ ਰਹੇ ਹਾਂ। ਸੋ ਜਿਹੜੇ ਸਟੂਡੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕਦੋਂ ਤੱਕ ਲਾਸਟ ਟੂ ਲਾਸਟ ਉਹਨਾਂ ਨੂੰ ਅਪਲਾਈ ਕਰ ਦੇਣਾ ਚਾਹੀਦਾ ਹੈ? ਦੇਖੋ ਹਾਈ ਕਮਿਸ਼ਨ ਨੂੰ ਬੇਸਿਕਲੀ ਤੁਸੀਂ ਜਿਵੇਂ ਅਸੀਂ ਸੈਪਟੈਂਬਰ ਇਨਟੇਕ ਦੀ ਡੈਡਲਾਈਨ 1 ਅਗਸਤ ਲੈ ਕੇ ਚੱਲਦੇ ਹਾਂ ਐਜ਼ ਅ ਕੰਸਲਟੈਂਟ ਆਪਣੇ ਦਿਮਾਗ ਦੇ ਵਿੱਚ, ਬਟ ਆਈ ਵਿਲ ਰეკਮੈਂਡ ਜੂਨ ਐਂਡ ਤੱਕ ਜੋ ਫਾਈਲ ਚਲੇਗੀ ਦੈਟ ਵਿਲ ਬੀ ਦਾ ਲਾਸਟ ਸਲੋਟ ਫॉर ਸੈਪਟੈਂਬਰ ਇਨਟੇਕ। ਹਾਂ, ਉਸ ਤੋਂ ਬਾਅਦ ਜਿਹੜੇ ਬੱਚੇ ਜਾਣ ਉਹ ਆਪਣਾ ਡੈਫਰ ਵਾਲਾ ਇਨਟੇਕ ਜ਼ਰੂਰ ਚੈੱਕ ਕਰ ਲੈਣ ਵੀ ਜੇ ਸੈਪਟੈਂਬਰ ਤੋਂ ਡੈਫਰ ਹੁੰਦੇ ਨੇ ਜਾਂ ਕਿਸੇ ਕਾਰਨ ਵੀਜ਼ਾ ਨਹੀਂ ਆ ਪਾਉਂਦਾ ਤੇ ਉਹਨਾਂ ਦਾ ਬੈਕਅਪ ਜਨਵਰੀ ਵਿੱਚ ਅਵੇਲੇਬਲ ਹੈ ਜਾਂ ਅਗਲੇ ਸੈਪਟੈਂਬਰ ਤੇ ਜਾ ਕੇ ਡਿੱਗਣਗੇ। ਤਾਂ ਇਹ ਕੈਲਕੂਲੇਸ਼ਨ ਬੱਚਾ ਅੱਜ ਹੀ ਲਾਵੇ ਜਿਹੜੇ ਯੂਨੀਵਰਸਿਟੀ ਜਾਂ ਕਾਲਜ ਜਾਂ ਕੋਰਸ 'ਚ ਅਪਲਾਈ ਕਰਦਾ ਪਿਆ। ਇਹਨਾਂ ਦਾ ਤੁਹਾਡਾ ਫਾਲ ਬੈਕ ਆਪਸ਼ਨ ਕੀ ਹੈਗਾ, ਸੈਪਟੈਂਬਰ ਤੋਂ ਬਾਅਦ ਇਸ ਜਨਵਰੀ ਅਵੇਲੇਬਲ ਔਰ ਮਈ ਅਵੇਲੇਬਲ, ਜਾਂ ਸੈਪਟੈਂਬਰ ਟੂ ਸੈਪਟੈਂਬਰ ਹੀ ਆਹੀ ਕੋਰਸ ਅਵੇਲੇਬਲ ਹੈ। ਉਹਨਾਂ ਬੱਚਿਆਂ ਦਾ ਸਪੈਸ਼ਲੀ ਜਿੰਨੀ ਛੇਤੀ ਹੋ ਸਕੇ ਕੰਮ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਇੱਕ ਵਿੰਡੋ 8-10% ਰਿਜੈਕਸ਼ਨ ਵਾਲੀ ਹਮੇਸ਼ਾ ਦਿਮਾਗ 'ਚ ਹੋਣੀ ਚਾਹੀਦੀ ਹੈ। ਵਾਟ ਇਫ ਮੇਰਾ ਵੀਜ਼ਾ ਨਹੀਂ ਆਇਆ, ਮੈਂ ਦੁਬਾਰਾ ਰੀਫਾਈਲ ਕਰਨ ਲਈ ਮੇਰੇ ਕੋਲ ਆਰਸ ਦੀ ਵੈਲੀਡੇਸ਼ਨ ਰਹੇਗੀ, ਮੇਰੇ ਕੋਲ ਟਾਈਮ ਰਹੇਗਾ ਟੂ ਗੈਟ ਅ ਵੀਜ਼ਾ ਆਊਟਕਮ ਫਰੋਮ ਦਾ ਯੂਨੀਵਰਸਿਟੀ। ਨਹੀਂ ਤਾਂ ਫਿਰ ਉਹ ਡੈਫਰਮੈਂਟ ਵਾਲੀ ਕਹਾਣੀਆਂ ਸ਼ੁਰੂ ਹੋ ਜਾਂਦੀਆਂ, ਫਿਰ 6-8 ਮਹੀਨੇ ਵੇਟ ਕਰਦੇ ਰਹੋਗੇ, ਫਿਰ ਕਿਤੇ ਵੀਜ਼ਾ ਰਿਜੈਕਸ਼ਨ ਹੋਇਆ ਤੁਹਾਡਾ ਆਰਸ ਦਾ ਵੈਲੀਡੇਸ਼ਨ ਖਤਮ ਹੁੰਦਾ ਜਾਏਗਾ। ਬਿਲਕੁਲ। ਸੋ ਤੁਹਾਡੇ ਸਾਰੇ ਸਵਾਲਾਂ ਦੀ ਹੀ ਕਲੈਰਿਟੀ ਦੇਣ ਲਈ ਅਸੀਂ ਇਹ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਰਾਈਟ ਇਨਫੋਰਮੇਸ਼ਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਫਿਰ ਵੀ ਤੁਹਾਡਾ ਆਪਣਾ ਕੋਈ ਡਾਊਟ ਹੈ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ESS ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਅੱਗੋਂ ਆਪਾਂ ਗੱਲ ਕਰੀਏ ਤਾਂ ਸਟੂਡੈਂਟ ਦਾ ਸਵਾਲ ਪ੍ਰੋਵਿੰਸ ਨੂੰ ਲੈ ਕੇ ਵੀ ਬਹੁਤ ਖਾਸ ਬਣਿਆ ਰਹਿੰਦਾ ਹੈ ਕਿ ਜੇਕਰ ਅਸੀਂ ਕਿਸੇ ਖਾਸ ਪ੍ਰੋਵਿੰਸ ਵਿੱਚ ਅਪਲਾਈ ਕਰਦੇ ਹਾਂ ਤਾਂ ਸਾਡੇ ਵੀਜ਼ਾ ਚਾਂਸਿਸ ਬਣ ਜਾਂਦੇ ਨੇ, ਕਿਉਂਕਿ ਕੁਝ ਸਟੂਡੈਂਟਸ ਕਹਿੰਦੇ ਕਿ ਵੀ ਅਸੀਂ ਕੀ ਅਲਬਰਟਾ ਅਪਲਾਈ ਕਰੀਏ ਜਾਂ ਟੋਰਾਂਟੋ। ਸੋ ਇੱਥੇ ਇਹ ਚੀਜ਼ਾਂ ਦਾ ਕੰਪੈਰੀਜ਼ਨ ਕਰਕੇ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਸਮਝਾਓ ਕੀ ਚਾਂਸਿਸ ਵੱਧਦੇ ਨੇ ਕਿ ਕੋਈ ਸਟੂਡੈਂਟ ਅਲਬਰਟਾ ਅਪਲਾਈ ਕਰ ਰਿਹਾ ਉਸਦੇ ਚਾਂਸਿਸ ਜ਼ਿਆਦਾ ਹੈ, ਟੋਰਾਂਟੋ ਅਪਲਾਈ ਕਰ ਰਿਹਾ ਤੇ ਉਸਦੇ ਚਾਂਸਿਸ ਘੱਟ ਹੈ? ਦੇਖੋ ਮਾਈ ਕੈਲਕੂਲੇਸ਼ਨ ਸੇਜ਼ ਯੈਸ, ਹਾਂਜੀ ਇਹਦਾ ਫਰਕ ਹੁੰਦਾ ਹੈ, ਬਟ ਉਹ ਕਿਵੇਂ ਹੁੰਦਾ ਹੈ? 90% ਜਿਹੜੇ ਬੱਚੇ ਅਲਬਰਟਾ, ਸਸਕੈਚੁਆਨ, ਮੈਨੀਟੋਬਾ ਅਪਲਾਈ ਕਰਦੇ ਆ ਉਹ ਜਗ੍ਹਾ ਨੂੰ ਦੇਖ ਕੇ ਕਰਦੇ ਆ ਵੀ ਮੇਰੀ PR ਛੇਤੀ ਹੋਏਗੀ, ਕੋਰਸ ਨੂੰ ਇਗਨੋਰ ਕੀਤਾ ਜਾਂਦਾ ਹੈ। ਜੇ ਤੁਸੀਂ ਆਪਣੇ ਕੋਰਸ ਸਿਲੈਕਸ਼ਨ ਨੂੰ ਲੈ ਕੇ ਵੀ ਉੱਥੇ ਚਲੇ ਜਾਓਗੇ ਉਸ ਪਾਰਟਿਕੂਲਰ ਪ੍ਰੋਵਿੰਸ ਦੇ ਵਿੱਚ, ਯੂ ਵਿਲ ਸੀ ਹਾਇਰ ਵੀਜ਼ਾ ਸਕਸੈਸ ਰੇਟ ਦੈਨ ਵੈਨਕੂਵਰ ਐਂਡ ਓਨਟਾਰੀਓ। ਬੜਾ ਸਿੰਪਲ ਜਿਹਾ ਤੁਹਾਨੂੰ ਲੌਜੀਕਲੀ ਆਨਸਰ ਦਿੰਨਾ। ਜਦ ਆਪਾਂ PR ਦੀ ਐਪਲੀਕੇਸ਼ਨ ਲਾਉਂਦੇ ਹਾਂ, ਬਹੁਤ ਸਾਰੇ ਸਟੇਟਸ ਔਰ ਪ੍ਰੋਵਿੰਸਿਸ ਕਹਿੰਦੇ ਆ ਤੁਹਾਡੇ ਕੋਲ LMIA ਹੋਣੀ ਚਾਹੀਦੀ ਹੈ, ਸਰਵਿਸ ਕੈਨੇਡਾ ਤੋਂ ਅਪਰੂਵ ਕਾਗਜ਼ ਹੋਣਾ ਚਾਹੀਦਾ। ਬਟ ਕੁਝ ਪ੍ਰੋਵਿੰਸਿਸ ਜਿਵੇਂ ਅਲਬਰਟਾ ਵਰਗੀਆਂ ਹੋ ਗਈਆਂ, ਇਹ ਕਹਿੰਦੀਆਂ ਤੁਹਾਡੇ ਕੋਲ ਜੌਬ ਆਫਰ ਹੀ ਹੋਵੇ, ਅਸੀਂ ਉਸੇ ਦੇ ਬੇਸ ਤੇ ਤੁਹਾਡੀ ਐਪਲੀਕੇਸ਼ਨ ਨੂੰ ਓਕੇ ਕਰ ਦਾਂਗੇ ਨੈਕਸਟ ਸਟੇਜ ਵਾਸਤੇ। ਉਹਨੂੰ ਕੋਈ LMIA ਅਸੈਸਮੈਂਟ ਦੀ ਲੋੜ ਨਹੀਂ, ਉਹਨੂੰ ਸਿਰਫ ਜੌਬ ਆਫਰ ਹੀ ਚਾਹੀਦਾ। ਦੈਟ ਮੀਨ ਉੱਥੇ ਉਹ ਆਕੂਪੇਸ਼ਨ ਦੇ ਜੌਬ ਅਵੇਲੇਬਲ ਹੋਣਗੇ, ਤਾਂ ਹੀ ਸਿਰਫ ਉਹ ਜੌਬ ਆਫਰ ਦੇ ਉੱਤੇ ਵਿਚਲਾ ਸਾਰਾ ਪ੍ਰੋਸੈਸ ਉਹਨਾਂ ਨੇ ਖਤਮ ਕਰਤਾ ਐਂਡ ਜੌਬ ਆਫਰ ਦੇ ਬੇਸ ਦੇ ਉੱਤੇ ਤੁਹਾਡੀ PR, ਤੁਹਾਡਾ ਵਰਕ ਪਰਮਿਟ ਲੱਗਣਾ ਸ਼ੁਰੂ ਹੋ ਜਾਂਦਾ। ਹੁਣ ਇਮੈਜਿਨ ਕਰੋ ਇਹੋ ਜਿਹਾ ਬੱਚਾ ਜੇ ਉਹੀ ਕੋਰਸ ਵਿੱਚ ਜਾ ਰਿਹਾ ਜਿਹੜੀ ਉੱਥੇ ਇੰਡਸਟਰੀ ਹੈਗੀ ਹੈ, ਤਾਂ ਉਹਨੂੰ ਜੌਬ ਆਫਰ ਤਾਂ ਮਿਲਣਾ ਪਲੱਸ ਉਹ ਕੋਰਸ ਉਹਦੇ ਬੈਕਗਰਾਊਂਡ ਨੂੰ ਜੇ ਕੰਪਲੀਮੈਂਟ ਕਰੇਗਾ ਤਾਂ ਡੈਫੀਨੇਟਲੀ ਉਹਨੂੰ ਉਸੇ ਪ੍ਰੋਵਿੰਸ 'ਚ ਜਾਣਾ ਚਾਹੀਦਾ। ਰਾਦਰ ਪਹਿਲਾਂ ਓਨਟਾਰੀਓ ਜਾਵੇ, ਉੱਥੇ ਪੜ੍ਹਾਈ ਕਰੇ, ਪਾਰਟ ਟਾਈਮ ਜੌਬ ਦਾ ਕੰਪੀਟੀਸ਼ਨ ਲਵੇ, ਫਿਰ ਅੱਗੇ ਕਿਤੇ ਨਾ ਕਿਤੇ ਓਨਟਾਰੀਓ ਦੂਜੇ ਪਾਸੇ ਸ਼ਿਫਟ ਹੋਵੇ ਵੀ ਉੱਥੇ PR ਸੌਖੀ ਮਿਲਦੀ, ਮੈਂ ਉੱਥੇ ਸ਼ਿਫਟ ਹੋ ਜਾ। ਤੁਸੀਂ ਪਹਿਲੀ ਗੋ ਤੋਂ ਹੀ ਇੱਧਰ ਕਰ ਸਕਦੇ ਹੋ। ਜੇ ਐਕਚੁਅਲ ਤੁਹਾਡਾ ਕੋਰਸ ਅਵੇਲੇਬਿਲਿਟੀ ਉੱਥੇ ਮਿਲ ਜਾਂਦੀ ਹੈ ਤਾਂ ਡੈਫੀਨੇਟਲੀ ਗੋ ਫॉर ਇਟ। ਜੀ ਬਿਲਕੁਲ। ਰਿਫਿਊਜ਼ਲ ਕੇਸਿਸ ਦੀ ਵੀ ਇੱਥੇ ਗੱਲ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਜਿਹੜੇ ਰਿਫਿਊਜ਼ਲ ਫੇਸ ਕਰ ਚੁੱਕੇ ਹੁੰਦੇ ਉਹਨਾਂ ਲਈ ਇੱਕ ਬਹੁਤ ਹੋਪ ਰਹਿੰਦੀ ਹੈ ਕਿ ਸਾਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਮਿਲ ਜਾਏ। ਸੋ ਕਿਵੇਂ ਅਪਲਾਈ ਕਰਨਾ ਚਾਹੀਦਾ ਤਾਂ ਕਿ ਰਿਫਿਊਜ਼ਲ ਤੋਂ ਬਾਅਦ ਜਦੋਂ ਰੀ ਅਪਲਾਈ ਕਰਨ ਤਾਂ ਉਹਨਾਂ ਦਾ ਸਟੱਡੀ ਵੀਜ਼ਾ ਲੱਗਣ ਦੇ ਚਾਂਸਿਸ ਵਧੇ ਰਹਿਣ? ਦੇਖੋ ਆਪਣਾ SOP, ਆਪਣਾ ਸਟੱਡੀ ਪਲਾਨ ਸ਼ੁੱਡ ਬੀ ਦੈਟ ਡਾਕੂਮੈਂਟ ਜਿਹੜਾ ਤੁਹਾਡੇ ਅੰਦਰ ਰੂਹ 'ਚ ਬਸਿਆ ਹੋਣਾ ਚਾਹੀਦਾ ਬੇਸਿਕਲੀ, ਕਿਉਂਕਿ ਵਿੱਚ ਨੂੰ ਇੰਟਰਵਿਊ ਲਈ ਵੀ ਜਾਗ ਜਾਂਦੇ ਆ ਕਈ ਵਾਰ, ਤਾਂ ਇੰਟਰਵਿਊ ਦੇ ਵਿੱਚ ਦੇ ਵਿਲ ਆਸਕ ਯੂ ਸਿੰਪਲ ਕੁਐਸਚਨਸ, ਬਟ ਜੇ SOP ਦੇ ਮੈਚ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਇੱਕ ਰੀਜ਼ਨ ਦਿੰਦੇ ਆਪਾਂ ਵੀਜ਼ਾ ਆਫਿਸਰ ਨੂੰ ਐਪਲੀਕੇਸ਼ਨ ਨੂੰ ਰਿਜੈਕਟ ਕਰਨ ਦਾ। ਜੇ ਸਟੂਡੈਂਟ ਦਾ 3-4 ਵਾਰ ਵੀਜ਼ਾ ਰਿਫਿਊਜ਼ ਹੈ,
ਜਿਵੇਂ ਮੈਂ ਪਹਿਲਾਂ ਦੱਸਿਆ ਉਹਦਾ ਕਹਿੰਦਾ ਭਾਜੀ ਨੂੰ ਵੀਜ਼ਾ ਹੀ ਦਵਾ ਦਿਓ, ਹੁਣ ਬਾਕੀ ਗੱਲਾਂ ਛੱਡ ਦਿੰਦੇ ਹਾਂ, ਇਕੱਲਾ ਵੀਜ਼ੇ ਦੀ ਗੱਲ ਕਰਦੇ ਹਾਂ, ਕੋਈ ਇੰਨੀ ਆਪਸ਼ਨਸ ਨਹੀਂ ਹੈਗੀਆਂ ਮੇਰੇ ਦਿਮਾਗ ਦੇ ਵਿੱਚ। ਬਟ ਉਹ ਆਪਣੀ ਇੰਗੇਜਮੈਂਟ ਵੀ ਛੱਡ ਦਿੰਦਾ ਪੂਰੇ ਪ੍ਰੋਸੈਸ ਦੇ ਵਿੱਚ ਵੀ ਓਕੇ SOP ਤਾਂ ਪੜ੍ਹਾਂ, ਕਿਹੜੀ ਯੂਨੀਵਰਸਿਟੀ ਜਾ ਰਿਹਾ, ਜਿਵੇਂ ਪਿਛਲੇ ਇੱਕ ਏਜੰਟ ਨੇ ਮੇਰੇ ਤੋਂ 10,000 ਰੁਪਇਆ ਲਿੱਤਾ ਇਹ ਕਰਨ ਦਾ, ਅਗਲੇ ਨੇ ਮੇਰੇ ਤੋਂ 20,000 ਲਿੱਤਾ, ਦੂਜੀ 30,000 ਲਿੱਤਾ ਐਪਲੀਕੇਸ਼ਨ ਲਾਉਣ ਦਾ, ਉਹ ਤਾਂ ਕਮਾ ਗਿਆ ਪਰ ਮੇਰੀ ਫੀਸਾਂ ਭਰਾਈ ਗਏ। ਪਹਿਲੇ ਨੇ ਕਿਹਾ ਇੱਥੇ ਚੱਲ ਜਾ, ਦੂਜੇ ਨੇ ਕਿਹਾ ਯੂਨੀਵਰਸਿਟੀ ਚੱਲ ਜਾ, ਤੀਜੇ ਨੇ ਕਿਹਾ ਫਿਰ ਕਾਲਜ ਆ ਜਾ, ਹਰੇਕ ਨੇ ਕੋਰਸ 'ਚ ਨੁਕਸ ਕੱਢਿਆ। ਉਹ ਸਟੂਡੈਂਟ ਨੂੰ ਆਪਣੀ ਅਕਲਮੰਦੀ ਆਪ ਵਰਤਣੀ ਪੈਣੀ ਹੈ ਵੀ ਚੌਥਾ ਬੰਦਾ ਜਾਂ ਪੰਜਵਾਂ ਬੰਦਾ ਕੀ ਕਹਿੰਦਾ ਪਿਆ, ਕਿ ਉਹਦਾ ਮਕਸਦ ਵੀ ਸਿਰਫ 10-20,000 ਰੁਪਏ ਲੈ ਕੇ ਆਪਣੀ ਜੇਬ 'ਚ ਪਾ ਕੇ ਤੁਹਾਡੀ ਐਪਲੀਕੇਸ਼ਨ ਨਾਲ ਐਕਸਪੈਰੀਮੈਂਟ ਕਰਨ ਦਾ, ਜਾਂ ਐਕਚੁਅਲ ਦੇ ਵਿੱਚ ਉਹਦੀ ਕਮਿਟਮੈਂਟ ਆ ਜਾਂਦੀ ਹੈ ਤੁਹਾਡੇ ਨਾਲ ਵੀ ਜਿੰਨਾ ਤੂੰ ਡੈਸਪਰੇਟ ਹੈ ਵੀਜ਼ੇ ਵਾਸਤੇ, ਮੈਂ ਉਹ ਚੀਜ਼ ਡਿਲੀਵਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੇ ਫਿਰ ਦੇਖਾਂਗਾ ਫੀਸ ਕਿੰਨੀ ਚਾਰਜ ਕਰਨੀ ਹੈ। ਤਾਂ ਇਹ ਸਟੂਡੈਂਟ ਦੀ ਲੌਜੀਕਲੀ ਇੰਗੇਜਮੈਂਟ ਕੋਰਸ ਪਲੱਸ ਕੰਸਲਟੈਂਟ ਦੀ ਸਿਲੈਕਸ਼ਨ ਦੇ ਉੱਤੇ ਜ਼ਰੂਰ ਜਾਣੀ ਚਾਹੀਦੀ ਹੈ ਰਿਫਿਊਜ਼ਲ ਕੇਸਿਸ ਦੇ ਵਿੱਚ। ਜੀ ਬਿਲਕੁਲ, ਆਈ ਹੋਪ ਕਿ ਸਟੂਡੈਂਟ ਜ਼ਰੂਰ ਇਹਨਾਂ ਚੀਜ਼ਾਂ ਨੂੰ ਸਮਝ ਪਾ ਰਹੇ ਨੇ। ਸੋ ਅੱਗੋਂ ਸਵਾਲ UK ਨੂੰ ਲੈ ਕੇ ਵੀ ਜ਼ਰੂਰ ਕਰਨਾ ਚਾਹੂੰਗੀ। ਆਪਾਂ ਫਿਲਹਾਲ ਮਈ ਮਹੀਨੇ ਵਿੱਚ ਬੈਠੇ ਹਾਂ, ਮਈ ਮਹੀਨੇ ਵਿੱਚ ਆ, ਤਾਂ ਇੱਥੋਂ ਸਪਟੈਂਬਰ ਇਨਟੇਕ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਕਿਉਂਕਿ ਸਟੂਡੈਂਟ ਜਿਵੇਂ ਆਪਾਂ ਕੈਨੇਡਾ ਵਿੱਚ ਵੀ ਗੱਲ ਕਰੀਏ ਫਾਈਲਿੰਗ ਬਹੁਤ ਜ਼ਿਆਦਾ ਹੈ, UK ਵਿੱਚ ਵੀ ਫਾਈਲਿੰਗ ਬਹੁਤ ਜ਼ਿਆਦਾ ਹੋ ਰਹੀ ਹੈ। ਵੈਲ 2 words for that, very busy। ਸਪਟੈਂਬਰ ਇਨਟੇਕ UK ਦਾ ਬਹੁਤ ਜ਼ਿਆਦਾ ਬਿਜ਼ੀ ਹੈ, ਬਹੁਤ ਤੇਜ਼ੀ ਦੇ ਨਾਲ ਸਪੀਡ ਪਕੜਦਾ ਪਿਆ। ਉਹਦੇ ਕੁਝ ਕਾਰਨ ਨੇ, ਬਹੁਤ ਸਾਰੇ ਇੰਸਟੀਚਿਊਟ ਨੇ ਉੱਥੇ PT ਹੋਮ ਐਡੀਸ਼ਨ ਨੂੰ ਮਾਨਤਾ ਦੇ ਦਿੱਤੀ ਹੈਗੀ ਹੈ ਦੈਟ ਤੁਸੀਂ ਹੋਮ ਐਡੀਸ਼ਨ ਨਾਲ ਵੀ ਆਪਣਾ ਅਪਲਾਈ ਕਰ ਸਕਦੇ ਹੋ। ਤਾਂ ਉਹਦੇ ਕਰਕੇ UK ਜੋ ਕਿਤੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕਿਆ, ਹਿੰਮਤ ਹਾਰ ਚੁੱਕਿਆ, ਜਾਂ ਆਸਟ੍ਰੇਲੀਆ ਤੋਂ ਰਿਜੈਕਟ ਹੋ ਚੁੱਕਿਆ, ਉਹ ਕਹਿੰਦਾ ਫਟਾਫਟ UK ਵਾਲੇ ਪਾਸੇ ਜਾਈਏ ਤਾਂ ਕਿ ਸਪਟੈਂਬਰ ਇਨਟੇਕ ਮਿਸ ਨਾ ਹੋਵੇ। ਕਿਉਂਕਿ ਨਾ ਆਸਟ੍ਰੇਲੀਆ ਦੇ ਨਾਲ ਜਾਂ ਕੈਨੇਡਾ ਦੇ ਨਾਲ ਬੜਾ ਵਧੀਆ ਇਹਨਾਂ ਦਾ ਤਾਲਮੇਲ ਹੁੰਦਾ। ਜੇ ਤੁਸੀਂ ਕੈਨੇਡਾ ਮਈ ਰਿਫਿਊਜ਼ ਹੈ ਜਾਂ ਆਸਟ੍ਰੇਲੀਆ ਜੁਲਾਈ ਕਿਸੇ ਕਾਰਨ ਮਿਸ ਹੁੰਦਾ ਪਿਆ ਤਾਂ UK ਸਪਟੈਂਬਰ ਇਨਟੇਕ ਬਿਲਕੁਲ ਫਿੱਟ ਪੈਂਦਾ ਹੈਗਾ, ਟਾਈਮ ਨਹੀਂ ਵੇਸਟ ਹੁੰਦਾ ਕਹਿਣ ਦਾ ਮਤਲਬ। ਤਾਂ ਉਸ ਤਰੀਕੇ ਨਾਲ UK ਵੀ ਆਰ ਐਕਸਪੈਕਟਿੰਗ ਵੈਰੀ ਬਿਜ਼ੀ ਇਨਟੇਕ, ਵੈਰੀ ਬਿਜ਼ੀ ਇਨਟੇਕ, ਸਪੈਸ਼ਲੀ ਬਰਮਿੰਗਮ ਵਾਲੀ ਸਾਈਡ ਐਂਡ ਲੰਡਨ ਵਾਲੀ ਸਾਈਡ, ਜਿੱਥੇ ਬਹੁਤ ਸਾਰੇ ਇੰਸਟੀਚਿਊਟ ਨੇ ਆਪਣੀ ਡੈਡਲਾਈਨ ਕੈਸ਼ ਦੀਆਂ ਦੇਣੀਆਂ ਹੋਣੀ ਸ਼ੁਰੂ ਕਰਤੀਆਂ ਨੇ, lot 1 ਦੀਆਂ। lot 1 ਮਤਲਬ ਜਿਨ੍ਹਾਂ ਕੋਲ ਅੱਜ ਆਫਰ ਲੈਟਰ ਹੈਗਾ, ਫਿਰ ਐਪਲੀਕੇਸ਼ਨ ਖੋਲਣਗੇ ਦੁਬਾਰਾ, ਫਿਰ ਉਹਦਾ ਕੈਸ਼ 2 ਦਾ ਡੈਡਲਾਈਨ ਆਏਗਾ। ਬਟ ਅਗੇਨ ਜੇ ਤੁਸੀਂ UK ਪਲਾਨ ਕਰਦੇ ਪਏ ਹੋ, ਐਟਲੀਸਟ 2 to 3 ਯੂਨੀਵਰਸਿਟੀਜ਼ ਦੇ ਵਿੱਚ ਆਪਣਾ ਆਫਰ, 2 to 3 ਯੂਨੀਵਰਸਿਟੀਜ਼ ਦੇ ਵਿੱਚ ਆਪਣਾ ਪੂਰਾ ਇੰਟਰਵਿਊ ਦੇਵੋ। ਉੱਤੋਂ ਅਪਰੂਵਲ 3 ਤੋਂ ਆ ਗਿਆ, ਜਿੱਥੇ ਮਰਜ਼ੀ ਫੀਸ ਭਰੋ, ਤੁਹਾਡੀ ਇੱਛਾ। 2 ਤੋਂ ਆਇਆ, ਜਿੱਥੇ ਮਰਜ਼ੀ ਜਾਓ। 1 ਆਇਆ, ਉਹਨਾਂ ਦੀ ਇੱਛਾ, ਇੱਥੇ ਫੀਸ ਭਰੀ ਜਾਣੀ ਹੈ, ਸਿੰਪਲ ਹੈ। ਬਟ ਐਟਲੀਸਟ ਸਪਟੈਂਬਰ ਇਨਟੇਕ ਮਿਸ ਨਹੀਂ ਹੋਏਗਾ ਤੁਹਾਡਾ। ਜੀ ਬਿਲਕੁਲ। ਤੇ ਸਾਡੇ ਕੋਲ ਕੁਝ ਸਟੂਡੈਂਟਸ ਦੇ ਸਵਾਲ ਵੀ ਆਏ ਨੇ ICAS ਬਾਰੇ। ਸੋ ਮੈਨੂੰ ਉਹ ਚੀਜ਼ ਇੰਨੀ ਕਲੀਅਰ ਨਹੀਂ ਹੋਈ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਹਾਡੇ ਤੋਂ ਹੀ ਇਹ ਕਲੀਅਰ ਕੀਤਾ ਜਾਏ ਤਾਂ ਕਿ ਬਾਕੀ ਸਟੂਡੈਂਟਸ ਵੀ ਇਸ ਨੂੰ ਜ਼ਰੂਰ ਸਮਝ ਸਕਣ ਕਿ ਆਖਿਰ ICAS ਕੀ ਹੈ। ਆਪਾਂ ਬਹੁਤ ਸਾਰੇ ਆਫਰ ਲੈਟਰਸ ਦੇਖੇ ਹੋਣਗੇ, ਆਪਾਂ ਨੂੰ ਦੇਸੀ ਭਾਸ਼ਾ 'ਚ ਕਹਿ ਦਿੰਦੇ ਹਾਂ ਡਿਪਲੋਮਾ ਟੂ ਡਿਗਰੀ, ਔਰ ਈਅਰ 1 ਇੱਥੇ ਹੈ ਤੇ ਈਅਰ 2 ਐਂਡ 3 ਉਸ ਯੂਨੀਵਰਸਿਟੀ ਦੇ ਵਿੱਚ ਹੈ। ਹੁਣ ਕਈ ਜਗ੍ਹਾ ਤਾਂ ICAS ਆਉਂਦਾ, ਦੈਟ ਇਜ਼ ਇੰਟੀਗ੍ਰੇਟਿਡ ਕੈਸ। 2 ਅਲੱਗ-ਅਲੱਗ ਇੰਸਟੀਟਿਊਸ਼ਨ ਹੁੰਦੇ ਨੇ। ਜੋ ਤੁਹਾਨੂੰ ਈਅਰ 1 ਕਰਾਉਂਦਾ ਉਹ ਅਲੱਗ ਇੰਸਟੀਟਿਊਸ਼ਨ ਹੈ, ਕਾਲਜ ਹੋਏਗਾ ਬੇਸਿਕਲੀ। ਜਿਹੜਾ ਈਅਰ 2 ਤੇ 3 ਕਰਾਉਂਦਾ ਉਹਨਾਂ ਦੀ ਪਾਰਟਨਰ ਯੂਨੀਵਰਸਿਟੀ ਹੋਏਗੀ। ਹੁਣ ਜੇ ਤੁਸੀਂ ਉਹ ਸਟੂਡੈਂਟ ਦੇ ਵਿੱਚੋਂ ਜਿਨ੍ਹਾਂ ਕੋਲ ਆਫਰ ਹੈਗੇ ਇਹੋ ਜਿਹੇ 2 ਪਾਰਟਸ ਦੇ ਵਿੱਚ, ਫਸਟ ਈਅਰ ਦਾ ਵੱਖਰਾ, ਸੈਕੰਡ ਥਰਡ ਈਅਰ ਦਾ ਵੱਖਰਾ, ਤੇ ਸੈਕੰਡ ਈਅਰ ਦੇ ਵਿੱਚ ਜਾਣ ਲਈ ਸ਼ਰਤ ਲਿਖੀ ਹੋਈ ਹੈ ਕਿ ਤੁਹਾਡੇ ਕੋਲ ਇੰਨਾ GPA ਸਕੋਰ ਹੋਣਾ ਚਾਹੀਦਾ ਹੈ ਉਸ ਫਸਟ ਈਅਰ ਦੇ ਵਿੱਚ ਜੋ ਤੁਸੀਂ UK ਕਰੋਗੇ। ਮੇਕ ਸ਼ੋਰ ਤੁਹਾਡੇ ਕੋਲ ICAS ਹੋਵੇ। ICAS ਅਗੇਨ ਜਿਵੇਂ ਕਿ ਇੰਟੀਗ੍ਰੇਟਿਡ ਕੈਸ, ਪੂਰਾ ਕੈਸ ਹੈ ਡਿਪਲੋਮਾ ਡਿਗਰੀ ਵਾਲਾ, 3 ਸਾਲ ਦੇ ਕੋਰਸ ਦਾ। ਔਰ ਜੇ ਪ੍ਰੀ ਮਾਸਟਰਸ ਕਰਨ ਚੱਲੇ ਹੋ ਤਾਂ ਪ੍ਰੀ ਮਾਸਟਰਸ ਪਲੱਸ ਮਾਸਟਰਸ ਦਾ ਪੂਰਾ 1.5 ਸਾਲ ਦਾ ICAS ਹੈ। ਜੇ ਤੁਹਾਡਾ ICAS ਨਹੀਂ ਹੁੰਦਾ ਤਾਂ ਇਹ ਧਿਆਨ ਰੱਖਣਾ ਤੁਹਾਡਾ ਵੀਜ਼ਾ ਸਿਰਫ 1 ਸਾਲ ਦਾ ਲੱਗੇਗਾ, ਜਿਹੜਾ ਈਅਰ 1 ਹੈ। ਹੁਣ ਉਹਦੇ ਵਿੱਚ ਤੁਸੀਂ ਕੰਮ ਵੀ ਸਿਰਫ 10 ਘੰਟੇ ਕਰ ਪਾਓਗੇ, 20 ਘੰਟੇ ਦਾ ਪ੍ਰੋਵੀਜ਼ਨ ਨਹੀਂ ਰਹੇਗਾ। ਵੀਜ਼ਾ ਅਪਲਾਈ ਕਰਨ ਲਈ 90% ਇੰਸਟੀਚਿਊਟ ਕਹਿੰਦੇ ਆ UK ਤੋਂ ਬਾਹਰ ਜਾ ਕੇ ਅਪਲਾਈ ਕਰੋ। ਜਦ ਤੁਸੀਂ ਈਅਰ 1 ਪਾਸ ਕਰੋਗੇ, ਈਅਰ 2 ਦਾ ਵੀਜ਼ਾ ਅਪਲਾਈ ਕਰਨ ਲਈ ਤੁਹਾਨੂੰ UK ਛੱਡਣਾ ਪਏਗਾ। ਤੁਸੀਂ ਵਾਪਸ ਆਓਗੇ, ਵਾਪਸ ਆ ਕੇ ਇੱਥੋਂ ਦੁਬਾਰਾ ਐਪਲੀਕੇਸ਼ਨ ਲਾਓਗੇ ਈਅਰ 2 ਐਂਡ ਈਅਰ 3 ਦੀ। ਅਗੇਨ ਇਹ ਸਟੂਡੈਂਟ ਨੂੰ ਬਾਅਦ 'ਚ ਪਤਾ ਲੱਗਦਾ ਜਦੋਂ ਉਹਦਾ ਵੀਜ਼ਾ ਆ ਜਾਂਦਾ ਹੈ। ਕੋਈ ਦੱਸਦਾ ਨਹੀਂ ਹੈਗਾ, ਆਪਣੇ ਕਾਰਨ ਹੋ ਸਕਦੇ ਆ ਹਰੇਕ ਦੇ। ਉਹ ਬੱਚਾ ਆਫਰ ਲੈਟਰ ਪਹਿਲੀ ਸਟੇਜ ਤੇ ਪੜ੍ਹ ਕੇ ਹੀ ਦੇਖ ਸਕਦਾ ਕਿ ਮੇਰਾ ICAS ਆਏਗਾ ਜਾਂ ਨਹੀਂ ਆਏਗਾ। ਇਹ ICAS ਵਰਡ ਨੂੰ ਆਪਣੇ ਫੋਨ ਦੇ ਵਿੱਚ, ਆਪਣੇ ਨੋਟਬੁੱਕ ਦੇ ਵਿੱਚ ਲਿਖ ਲਵੋ। ਜੇ ਤੁਹਾਡਾ ਵੀ ਇਹੋ ਜਿਹਾ ਆਫਰ ਹੈ, ਅੱਜ ਹੀ ਆਪਣੇ ਕੰਸਲਟੈਂਟ ਨੂੰ ਪੁੱਛੋ, ਭਾਜੀ ICAS ਆਏਗਾ ਜਾਂ ਇਕੱਲਾ ਪਹਿਲੇ ਸਾਲ ਦਾ ਕੈਸ਼ ਆਏਗਾ। ਪਹਿਲੇ ਸਾਲ ਦਾ ਕੈਸ਼ ਆਈ ਡੋਂਟ ਪ੍ਰਮੋਟ ਮਾਈ ਸੈਲਫ, ਕਿਉਂਕਿ UK ਅੱਜ ਦੀ ਡੇਟ ਦੇ ਵਿੱਚ ਐਜੂਕੇਸ਼ਨ ਓਪਰਚੁਨਿਟੀ ਬਹੁਤ ਚੀਜ਼ਾਂ ਨੇ, ਉਹਨੂੰ ਮਿਲਾ ਕੇ ਜੋ ਤੁਸੀਂ ਸੋਚੋਗੇ ਤਾਂ ਉਹਦੇ ਵਿੱਚ 3 ਸਾਲ ਦਾ ਵੀਜ਼ਾ
ਜਿੰਨੀ ਜਿੰਨਾ ਇੱਕੋ ਵਾਰ ਮਿਲੇ ਉਨਾ ਵਧੀਆ, ਬਾਰ-ਬਾਰ ਉਹ ਪ੍ਰੋਸੈਸ 'ਚ ਪੈਣ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਹਾਨੂੰ। ਬਿਲਕੁਲ। ਤਾਂ ਫਿਰ ਇਸ ਦੇ ਅਕੋਰਡਿੰਗਲੀ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਸਟੂਡੈਂਟਸ ਨੂੰ ਸਿੰਗਲ ਕੈਸ ਇੰਸਟੀਚਿਊਟਸ ਵਿੱਚ ਅਪਲਾਈ ਕਰਨਾ ਚਾਹੀਦਾ? ਪਰ ਇਸ ਦੇ ਕਿਉਂਕਿ ਫਾਇਦੇ ਤੇ ਨੁਕਸਾਨ ਹਰ ਇੱਕ ਸਟੂਡੈਂਟ ਜ਼ਰੂਰ ਜਾਣਨਾ ਚਾਹੁੰਦਾ ਹੈ, ਉਹਨਾਂ ਦੇ ਪੇਰੈਂਟਸ ਵੀ ਸ਼ੋਅ ਨਾ ਬੰਦੇ ਨੇ, ਉਹ ਵੀ ਜ਼ਰੂਰ ਜਾਣਨਾ ਚਾਹੁੰਦੇ ਨੇ। ਕਾਫੀ ਚੀਜ਼ਾਂ ਤੁਸੀਂ ਕਲੀਅਰ ਕਰ ਦਿੱਤੀਆਂ ਹਾਲਾਂਕਿ, ਪਰ ਫਿਰ ਵੀ ਹੋਰ ਡਿਟੇਲ 'ਚ ਇਸ ਦੇ ਫਾਇਦੇ ਨੁਕਸਾਨ ਬਾਰੇ ਵੀ ਜਾਣਨਾ ਚਾਹਾਂਗੇ। ਦੇਖੋ, ਪਿਛਲੇ ਕੁਐਸਚਨ 'ਚ ਮੈਂ ਇਹ ਕਿਹਾ ਸੀ ਯੂਕੇ ਓਪਰਚੁਨਿਟੀ ਵੀ ਹੈ ਤੇ ਕੁਆਲਿਟੀ ਐਜੂਕੇਸ਼ਨ ਵੀ ਹੈ। ਹੁਣ ਯੂਕੇ ਨੂੰ ਓਪਰਚੁਨਿਟੀ ਉਹ ਸਟੂਡੈਂਟ ਲੈਂਦੇ ਨੇ ਜੋ ਕਹਿੰਦੇ ਆ ਮੇਰਾ ਵੀਜ਼ਾ 100% ਲੱਗ ਜਾਵੇ, ਕਿਉਂਕਿ ਯੂਕੇ ਦਾ ਸਕਸੈਸ ਆਲਮੋਸਟ 100% ਹੈ। ਕੈਸ਼ ਆ ਗਿਆ ਤਾਂ ਅਸੀਂ ਵੀਜ਼ਾ ਹੀ ਸਮਝਦੇ ਹਾਂ ਉਸਨੂੰ। ਹੁਣ ਜਿਹੜਾ ਬੱਚਾ ਉੱਥੇ ਸਿਰਫ ਪਹੁੰਚਣ ਦੀ ਗੱਲ ਕਰਦਾ ਪਿਆ, ਉਹਦੇ ਆਪਣੇ ਦਿਮਾਗ 'ਚ ਕਹਾਣੀਆਂ ਕੁਝ ਹੋਰ ਹੈ, ਉਹਦੇ ਵਾਸਤੇ ਤਾਂ ਸਾਲ ਹੋਵੇ ਜਾਂ 3 ਸਾਲ ਹੋਵੇ ਕੋਈ ਫਰਕ ਨਹੀਂ ਪੈਂਦਾ, ਉਹਨਾਂ ਵਾਸਤੇ ਓਕੇ ਹੈ। ਪਰ ਜਿਹੜਾ ਐਕਚੁਅਲ ਦੇ ਵਿੱਚ ਬੱਚਾ ਆਪਣੇ ਪੇਰੈਂਟਸ ਦੇ ਦਮ 'ਤੇ, ਪੈਸੇ 'ਤੇ ਆਪਣਾ ਟਾਈਮ ਲਾ ਕੇ ਜਾ ਰਿਹਾ ਹੈ ਤੇ ਉਹਦਾ ਉੱਥੇ ਅੱਗੇ ਕੋਈ ਪਲੈਨਿੰਗ ਨਹੀਂ ਦਿਮਾਗ 'ਚ ਇਸ ਟਾਈਮ ਉਹਦੇ ਹੈਗੀ, ਤਾਂ ਉਹਦੇ ਵਾਸਤੇ ICAS ਹੀ ਫਿੱਟ ਹੈ, ਕਿਉਂਕਿ ਉਹ 3 ਸਾਲ ਦਾ ਟਾਈਮ ਐਂਡ ਪ੍ਰੋਵੀਜ਼ਨ ਦਿੰਦਾ ਪੂਰੇ ਪ੍ਰੋਸੈਸ ਨੂੰ ਫੋਲੋ ਕਰਕੇ ਅਗਲੇ ਸਟੈਪ 'ਤੇ ਜਾਣ ਦਾ। ਹੁਣ ਅਗੇਨ ਤੁਸੀਂ ਓਪਰਚੁਨਿਟਿਸਟ ਹੋ ਤਾਂ ਕੈਸ਼ ਮਿਲਿਆ, ਪਤਾ ਸਟੂਡੈਂਟ ਵੀਜ਼ਾ ਹੀ ਮਿਲੇ, ਉਹੀ ਬਹੁਤ ਹੈ। ਜੇ ਲੱਗਦੇ ਹੋ ਪੂਰੀ ਪਲੈਨਿੰਗ ਨਾਲ ਤੇ ਆਪਣੇ ਉਸ ਹਿਸਾਬ ਨਾਲ ਚੱਲਣਾ ਚਾਹੁੰਦੇ ਹੋ, ਲਾਈਫ ਜਾਂ ਯੂਕੇ ਦਾ ਵੀਜ਼ਾ ਮੇਰੇ ਕੰਟਰੋਲ 'ਚ ਰਵੇ, ਤਾਂ 3 ਸਾਲ ਦਾ ਵੀਜ਼ਾ। ਅੱਛਾ, ਇਹਨਾਂ ਦਾ ਮੋਟਾ ਫਰਕ ਕੀ ਹੁੰਦਾ ਹੈ? ਜਦ ਤੁਹਾਡਾ ਪਰਸੈਂਟੇਜ ਘੱਟ ਹੁੰਦਾ ਹੈ, ਥੋੜਾ ਜਿਵੇਂ ਮੰਨ ਲਓ ਮੇਨ ਯੂਨੀਵਰਸਿਟੀ ਕਹਿੰਦੀ ਹੈ ਜੀ 65% ਨੰਬਰ ਚਾਹੀਦੇ, ਪਰ ਤੁਹਾਡੇ 55% ਹੈ, ਉਦੋਂ ਇਹੋ ਜਿਹੇ ਕਿੰਨੇ ਕੁ ਇੰਸਟੀਚਿਊਟ ਯੂਕੇ ਦੇ ਵਿੱਚ ਹੈਗੇ ਹੈ ਜਿਹੜੇ ਤੁਹਾਨੂੰ ਕਹਿੰਦੇ ਆ ਈਅਰ 1 ਇੱਥੇ ਕਰੋ, ਕਿਉਂਕਿ ਉਹਦਾ ਰਿਕੁਆਇਰਮੈਂਟ 55% ਹੈ, ਤੇ ਈਅਰ 2 ਤੇ 3 ਤੁਸੀਂ ਦੂਜੇ ਪਾਸੇ ਕਰੋ। ਉੱਥੇ ਜਾਣ ਲਈ ਵੀ ਤੁਹਾਡਾ 5.5 ਬੈਂਡ ਨਾਟ ਲੈਸ ਦੈਨ 5.5 ਨਾਲ ਤੁਹਾਡਾ ਈਅਰ 1 'ਚ ਐਡਮਿਸ਼ਨ ਹੋ ਜਾਂਦਾ ਹੈ। ਪੂਰਾ ਆਫਰ ਲੈਣ ਲਈ 6 5.5 ਹੀ ਚਾਹੀਦੇ ਨੇ। ਉਹ ਬੱਚਾ ਕਹਿੰਦਾ 5.5 ਓਵਰਆਲ ਤੇ ਈਚ ਹੈਗੇ ਆ, ਨੰਬਰ ਵੀ 58% ਹੈ, ਉਹਨੂੰ ICAS ਜਾਂ ਉਹਦਾ ਸਿਸਟਮ ਸਮਝ ਨਹੀਂ ਆਉਂਦਾ, ਉਹ ਸਿਰਫ ਇੱਕ ਵਾਲੇ ਪਾਸੇ ਹੋ ਜਾਂਦਾ, ਮੈਨੂੰ ਆਫਰ ਆ ਗਿਆ, ਕੈਸ਼ ਆ ਗਿਆ, ਬੱਲੇ ਬੱਲੇ। ਪਰ ਉਹਦਾ ਇੰਪੈਕਟ ਆਫਟਰ ਦਾ ਕੈਸ਼, ਆਫਟਰ ਦਾ ਵੀਜ਼ਾ ਲੱਗਦਾ। ਜਦੋਂ ਵੀਜ਼ਾ ਦੇਖਦਾ 3 ਮਹੀਨੇ ਦਾ ਓਕੇ ਹੈ ਜੀ, ਕਿਉਂਕਿ ਸਭ ਨੂੰ 3 ਮਹੀਨੇ ਦਾ ਮਿਲਦਾ ਹੈ। ਉੱਥੇ ਜਾ ਕੇ ਜਦ ਉਹ ਆਪਣਾ ਬਾਇਓਮੈਟ੍ਰਿਕ ਕਲੈਕਟ ਕਰਦਾ ਹੈ, ਉੱਥੇ ਦੇਖਦਾ ਸਾਲ ਦਾ ਵੀਜ਼ਾ, ਉਦੋਂ ਜਾ ਕੇ ਪਤਾ ਲੱਗਦਾ ਇੱਥੇ ਸਾਲ ਦਾ ਹੀ ਵੀਜ਼ਾ ਹੈ। ਫਿਰ ਉਹ ਕਾਲ ਕਰਦਾ ਆ ਕਿ ਮੇਰੇ ਨਾਲ ਹੋਇਆ, ਉਹ ਕਹਿੰਦਾ ਜੀ ਆਹ ਸਟੈਪ ਹੈ, ਹੁਣ ਤੁਸੀਂ ਕੋਈ ਨਹੀਂ ਸਾਲ ਪੜ੍ਹ ਕੇ ਆ ਜਾਓ, ਆਪਾਂ ਈਅਰ 2 ਦਾ ਵੀ ਅਪਲਾਈ ਕਰ ਦਾਂਗੇ। ਉਹ ਨਜਾਇਜ਼ ਇੱਕ ਰੋਲਰ ਕੋਸਟਰ ਬਣ ਗਿਆ ਨਾ, ਉੱਥੇ ਗਏ, ਜਦ ਤੱਕ ਸੈੱਟ ਹੋਏ ਵਾਪਸ ਇੰਡੀਆ ਆਉਣਾ ਪੈ ਗਿਆ। ਇੱਥੋਂ ਆ ਕੇ ਵੀਜ਼ਾ ਅਪਲਾਈ ਕਰੋਗੇ ਫਿਰ 2-2.5 ਮਹੀਨੇ ਲਾ ਕੇ, ਤਦ ਤੱਕ ਸਾਰੀ ਸੈਟਿੰਗ ਹਿਲ ਜਾਂਦੀ ਹੈ ਉਸ ਪਰਟੀਕੂਲਰ ਕੰਟਰੀ ਦੇ ਵਿੱਚ। ਕੋਸ਼ਿਸ਼ ਕਰੋ ICAS ਵਾਲੇ ਇੰਸਟੀਚਿਊਟ 'ਚ ਹੀ ਜਾਓ। ਇਹ ਮੈਂ ਦੁਬਾਰਾ ਬੋਲਦਾ, ਪ੍ਰੀ ਮਾਸਟਰਸ ਲੀਡਿੰਗ ਟੂ ਮਾਸਟਰਸ ਵਾਲੇ ਸਟੂਡੈਂਟ ਇਹਦਾ ਧਿਆਨ ਰੱਖਣ ਜਾਂ ਸਵਾਲ ਪੁੱਛਣ ਆਪਣੇ ਕੰਸਲਟੈਂਟ ਨੂੰ। ਐਂਡ ਜਿਹੜਾ ਈਅਰ 1 ਲੀਡਿੰਗ ਟੂ ਈਅਰ 2 ਐਂਡ 3 ਜਾਂਦੇ ਪਏ ਆ, ਇਹ ICAS ਦਾ ਮਕੈਨਿਜ਼ਮ ਉਹਨਾਂ ਵਾਸਤੇ ਹੈ। ਬਾਕੀ ਸਾਰੇ ਜਿਹੜੇ ਕੈਸ ਹੁੰਦੇ ਆ ਉਹ ਪ੍ਰੋਪਰਲੀ ਇੰਟੀਗ੍ਰੇਟਿਡ ਹੁੰਦੇ ਆ ਆਲਰੇਡੀ, ਕਿਉਂਕਿ ਡਿਗਰੀ ਦੇ ਆਉਂਦੇ ਆ ਪੂਰੇ ਜਾਂ ਮਾਸਟਰਸ ਦੇ ਆਉਂਦੇ ਆ ਪੂਰੇ। ਜੀ ਬਿਲਕੁਲ। ਸੋ ICAS ਨੂੰ ਲੈ ਕੇ ਤਾਂ ਤੁਸੀਂ ਬਹੁਤ ਕਲੈਰਿਟੀ ਸਟੂਡੈਂਟਸ ਨੂੰ ਦਿੱਤੀ ਹੀ ਹੈ, ਤੇ ਅੱਗੋਂ ATAS ਸਰਟੀਫਿਕੇਟ ਬਾਰੇ ਵੀ ਜ਼ਰੂਰ ਸਟੂਡੈਂਟਸ ਨੂੰ ਦੱਸੋ, ਤੇ UK ਸਟੱਡੀ ਵੀਜ਼ਾ ਤੇ ਕਿਸ ਤਰੀਕੇ ਨਾਲ ਅਸਰ ਪਾ ਸਕਦਾ ਹੈ? ਦੇਖੋ, ATAS ਇੱਕ ਸਰਟੀਫਿਕੇਸ਼ਨ ਹੈ, ਉਹ ਇੱਕ ਲਿਸਟ ਹੈਗੀ ਹੈ। ਜੇ ਤੁਸੀਂ ਕੁਝ ਸਪੈਸੀਫਿਕ ਪ੍ਰੋਗਰਾਮ ਵਾਸਤੇ ਜਾਣੇ ਪਏ ਹੋ, ਨੋਰਮਲੀ ਇੰਜੀਨੀਅਰਿੰਗ ਦੇ ਹੁੰਦੇ ਨੇ ਉਹ ਕੋਰਸਿਸ, ਤਾਂ ਤੁਹਾਡੀ ਵਨ ਆਫ ਦਾ ਰਿਕੁਆਇਰਮੈਂਟ ਹੈਗੀ ਹੈ ਆਫਰ ਲੈਟਰ ਦੇ ਉੱਤੇ ਔਰ ਯੂਨੀਵਰਸਿਟੀਜ਼ ਦੀ ਕੈਸ਼ ਇਸ਼ੂ ਕਰਨ ਤੋਂ ਪਹਿਲਾਂ ਦਾ ਤੁਹਾਡੇ ਕੋਲ ATAS ਸਰਟੀਫਿਕੇਟ ਹੋਣਾ ਚਾਹੀਦਾ। ਇਹਦੇ ਫੁੱਲ ਫਾਰਮ ਹੈ ਅਕੈਡਮਿਕ ਟੈਕਨੋਲੋਜੀ ਅਪਰੂਵਲ ਸਕੀਮ। ਤੁਹਾਨੂੰ UKVI ਦੀ ਵੈਬਸਾਈਟ 'ਤੇ ਪੂਰੀ ਡਿਟੇਲ ਇਹਦੀ ਮਿਲ ਜਾਏਗੀ। ਹੁਣ ਇਹਦੇ ਤੁਹਾਨੂੰ ਕਿਵੇਂ ਪਤਾ ਲੱਗੇਗਾ ATAS ਸਰਟੀਫਿਕੇਟ ਆਉਣਾ ਕਿ ਨਹੀਂ ਆਉਣਾ? ਇਹ ਕੁਐਸਚਨ ਕਿਵੇਂ ਆਉਂਦਾ? ਇੱਕ 10 ਦਿਨ ਪਹਿਲਾਂ somebody came to my office, ਆਫਰ ਆ ਗਿਆ, ਕਹਿੰਦਾ ਕੈਸ਼ ਨਹੀਂ ਆ ਪਾ ਰਿਹਾ, ਬਹੁਤ ਦੇਰ ਹੋ ਗਈ, 2 ਮਹੀਨੇ ਹੋ ਗਏ, ਮੇਰਾ ਮਈ ਇਨਟੇਕ ਵੀ ਕਢਾਤਾ ਇਹਨਾਂ ਨੇ, ਸਪਟੈਂਬਰ ਵਾਸਤੇ ਜਾਣਾ ਪਿਆ, ਕੈਸ਼ ਕਿਉਂ ਨਹੀਂ ਆ ਪਾ ਰਿਹਾ? ਯੂਨੀਵਰਸਿਟੀ ਦੇਖੀ, ਬੜੀ ਨਾਮੀ ਯੂਨੀਵਰਸਿਟੀ, ਵੀ ਉਹ ਕੈਸ਼ ਰੋਕਦੀ ਨਹੀਂ ਹੈ, ਫਟਾਫਟ ਕੱਢ ਦਿੰਦੀ ਹੈ। ਮੈਂ ਆਫਰ ਲੈਟਰ ਦੇਖਿਆ, ਉਹ 'ਚ ਲਿਖਿਆ ਹੋਇਆ ਇੱਕ ਕੋਡ ਹੁੰਦਾ JACS ਕੋਡ, JACS ਕੋਡ, ਤੇ ATAS ਸਰਟੀਫਿਕੇਟ ਰਿਕੁਆਇਰਡ ਯੈਸ। ਮੈਂ ਕਿਹਾ ATAS ਲੈ ਲਿਆ? ਕਹਿੰਦਾ ਉਹ ਕੀ ਹੁੰਦਾ ਭਾਜੀ? ਉੱਥੋਂ ਇਟ ਕਲਿਕਡ ਮੀ ਯਾਰ, ਇਹ ਸਟੂਡੈਂਟ ਆਫਰ ਪੜ੍ਹਦਾ ਨਹੀਂ ਹੈ, 10 ਲੱਖ ਰੁਪਏ ਦੀ ਫੀਸ ਭੇਜਤੀ ਯੂਨੀਵਰਸਿਟੀ ਨੂੰ ਬਗੈਰ ਆਫਰ ਪੜ੍ਹੇ ਹੋਏ। ਮਤਲਬ ਕਿੰਨਾ ਸੌਖਾ ਹੈਗਾ ਕਿਸੇ ਨੂੰ ਫੋਨ ਕਰਕੇ, ਭਾਈ ਤੁਹਾਡਾ ਆਫਰ ਆ ਗਿਆ, 10 ਲੱਖ ਰੁਪਏ ਫੀਸ ਜਮ੍ਹਾਂ ਕਰਾਓ, ਅੱਗੇ ਚੱਲੀਏ। ਤੇ ਬੱਚੇ ਨੇ ਬਗੈਰ ਪੜ੍ਹੇ ਹੋਏ 10 ਲੱਖ ਰੁਪਇਆ ਭੇਜਤਾ। ਇਹ ਫੇਥ ਹੈ ਕਿ ਬੇਵਕੂਫੀ ਹੈ? ਆਈ ਡੋਂਟ ਨੋ, ਕਿਉਂਕਿ ਤੁਹਾਡੀ ਚੀਜ਼ ਹੈ, ਤੁਸੀਂ ਉਹਨੂੰ ਚੀਜ਼ ਨੂੰ ਦੇਖਿਆ ਹੀ ਨਹੀਂ, ਆਪਣੀ ਚੀਜ਼ ਨੂੰ। 10 ਲੱਖ ਰੁਪਇਆ ਸਿਰਫ ਫੋਨ ਕਾਲ ਦੇ ਉੱਤੇ ਭੇਜਤਾ। ਅੱਜ ਫਿਰ ਉਹਨੂੰ ਕਿਹਾ, ਮੈਂ ਕਿਹਾ ATAS ਅਪਲਾਈ ਕਰੋ ਔਨਲਾਈਨ ਜਾ ਕੇ। ਉਹ ਅਪਲਾਈ ਕੀਤਾ, ਜੋ 6 ਮਹੀਨੇ ਵੈਲਿਡ ਹੁੰਦਾ, ਤਾਂ ਉਸ ਤੋਂ ਬਾਅਦ ਉਹਦਾ ਕੈਸ਼ ਦਾ ਕੰਮ ਅੱਗੇ ਸ਼ੁਰੂ ਹੋਣਾ। ਤੇ ਤੁਸੀਂ ਵੀ ਜੇ ਕੋਈ ਇੰਜੀਨੀਅਰਿੰਗ ਮਾਸਟਰਸ ਔਰ ਬੈਚਲਰ ਵਾਸਤੇ ਜਾਣੇ ਪਏ ਹੋ ਤੇ ਤੁਹਾਡੇ ਆਫਰ ਲੈਟਰ ਦੇ ਉੱਤੇ ATAS ਸਰਟੀਫਿਕੇਟ ਯੈਸ ਆ ਰਿਹਾ ਹੈ, ਤਾਂ ਪਲੀਜ਼ ਫੀਸ ਪੇ ਕਰਨ ਤੋਂ ਪਹਿਲਾਂ ਆਪਣਾ ਸਰਟੀਫਿਕੇਟ ਜ਼ਰੂਰ ਅਪਲਾਈ ਕਰ ਦੇਣਾ।
ਜੀ ਨਹੀਂ ਤਾਂ ਤੁਸੀਂ ਵਾਪਸ ਉਹ 6 ਹਫ਼ਤੇ ਜਾਂ 4 ਹਫ਼ਤੇ ਉਹ ਗੇੜ 'ਚ ਘੁੰਮੋਗੇ, ਜਦ ਕੈਸ਼ ਆ ਨਹੀਂ ਰਿਹਾ ਫਰਸਟ੍ਰੇਸ਼ਨ ਹੋਈ ਜਾਏਗੀ। ATS ਅਪਲਾਈ ਕੀਤਾ, ਪਤਾ ਨਹੀਂ ਕਦ ਆਉਣਾ ਕਦ ਨਹੀਂ ਆਉਣਾ, ਤਾਂ ਉਹਨੂੰ ਸਟੈਪ ਬਾਏ ਸਟੈਪ ਲੈ ਕੇ ਚੱਲੋ। ਜਾਂ ਜਦ ਤੁਸੀਂ ਆਪਣੀ ਯੂਨੀਵਰਸਿਟੀ ਦੀ ਵੈਬਸਾਈਟ ਦੇਖਦੇ ਹੋ ਡਿਊਰਿੰਗ ਦਾ ਇੰਟਰਵਿਊ ਪ੍ਰੋਸੈਸ, ਉਦੋਂ ਦੇਖੋ ਕਿ ਤੁਹਾਨੂੰ ਸਰਟੀਫਿਕੇਟ ਚਾਹੀਦਾ ਕਿ ਨਹੀਂ ਚਾਹੀਦਾ, ਪਹਿਲੀ ਗੋ 'ਚ ਕਲੀਅਰ ਹੋ ਜਾਏਗਾ ਤੁਹਾਨੂੰ। ਵਾਈ ਯੂ ਹੈਵ ਟੂ ਲੀਵ ਇਟ ਫॉर द ਲਾਸਟ ਥਿੰਗ। ਬਿਲਕੁਲ ਬਿਲਕੁਲ, ਸੋ ਇਹਨਾਂ ਗੱਲਾਂ ਦਾ ਤੁਸੀਂ ਬਿਲਕੁਲ ਧਿਆਨ ਬਹੁਤ ਰੱਖਣਾ ਹੈ। ਅਗਰ ਤੁਹਾਡੀ ਫਾਈਲ ਪ੍ਰੋਸੈਸ ਵਿੱਚ ਆਪਣੇ ਕੰਸਲਟੈਂਟ ਨੂੰ ਵੀ ਸਵਾਲ ਤੁਸੀਂ ਜ਼ਰੂਰ ਇਹਨਾਂ ਚੀਜ਼ਾਂ ਨੂੰ ਲੈ ਕੇ ਕਰ ਸਕਦੇ ਹੋ। ਸੋ ਜਦੋਂ ਆਪਾਂ UK ਦੀ ਗੱਲ ਕਰਦੇ ਹਾਂ, ਇੱਕ ਥਾਂ ਤੇ ਤਾਂ ਸਟੂਡੈਂਟਸ ਨੂੰ ਕੈਨੇਡਾ ਆਸਟ੍ਰੇਲੀਆ ਨਹੀਂ ਬਣਿਆ ਤਾਂ UK ਅਸੀਂ ਜਾ ਰਹੇ ਹਾਂ, ਪਰ ਕਿਵੇਂ ਦੇਖਣਾ ਚਾਹੀਦਾ UK ਨੂੰ ਕਿ ਸਟੱਡੀ ਵੀਜ਼ਾ ਲਈ ਇੱਕ ਚੰਗੀ ਓਪਰਚੁਨਿਟੀ ਜਾਂ ਫਿਰ ਕੁਆਲਿਟੀ ਐਜੂਕੇਸ਼ਨ ਦੇ ਲਈ ਇੱਕ ਚੰਗੀ ਥਾਂ? ਦੇਖੋ ਇਹ ਨਾ ਕੁਐਸਚਨ ਦਾ ਆਨਸਰ ਐਵੇਂ ਦੇਵਾਂਗਾ, ਕਈ ਵਾਰ ਸਾਨੂੰ ਲੋਕੀ ਪੁੱਛਦੇ ਆ ਭਾਈ ਤੁਸੀਂ ਕੰਮ ਕੀ ਕਰਦੇ ਹੋ, ਵੀਜ਼ਾ ਲਵਾਉਣ ਦਾ ਜ਼ਿੰਦਗੀ ਬਣਾਉਣ ਦਾ। ਮੈਂ ਕਿਹਾ ਬੰਦ ਦੀ ਜ਼ਿੰਦਗੀ ਹੈ, ਅਲਟੀਮੇਟਲੀ ਬੰਦ ਦੀ ਜ਼ਿੰਦਗੀ ਹੈ। ਹਾਂ, ਜੋ ਬੱਚਾ ਉਹ ਸਟੂਡੈਂਟ ਵੀਜ਼ੇ ਨੂੰ ਸਟੂਡੈਂਟ ਵੀਜ਼ੇ ਨਾਲ ਹੀ ਟਰੀਟ ਕਰਦਾ ਹੈ, ਦੈਟ ਮੀਨ ਪੜ੍ਹਾਈ ਕਰਕੇ ਠੀਕ ਠਾਕ ਜੌਬ ਲੈ ਕੇ PR ਹੋ ਜਾਂਦਾ, ਉਹ ਤਾਂ ਸ਼ਾਰਟਕਟ ਬਣ ਜਾਂਦਾ। ਹੁਣ ਜਿਹੜਾ ਕਹਿੰਦਾ ਪਹਿਲਾਂ ਮੈਨੂੰ ਵੀਜ਼ਾ ਦਿਓ ਬਾਅਦ 'ਚ ਦੇਖਦੇ ਹਾਂ ਇਹਨੂੰ ਓਪਰਚੁਨਿਟੀਜ਼ ਕਹਿ ਦਈਏ, ਤਾਂ ਉਹ ਬੰਦਾ ਕਹਿੰਦਾ ਨਹੀਂ ਜੀ ਪਹਿਲਾਂ ਤਾਂ ਵੀਜ਼ਾ ਹੀ ਆ ਗਿਆ ਮੇਰੇ ਕੋਲ, 3 ਮਹੀਨੇ ਦਾ ਵੀਜ਼ਾ ਹੀ ਬਸ ਮੇਰੇ ਲਈ ਬਹੁਤ ਹੈ। ਹਜੇ ਵੀ ਉਹ ਡਾਇਲੋਗ ਐਗਜ਼ਿਸਟ ਕਰਦੇ ਆ, ਜੋ ਬੜੀ ਹੈਰਾਨੀ ਦੀ ਗੱਲ ਹੈ। ਇੱਕ ਵਾਰ ਧਰਤੀ ਤੇ ਪੈਰ ਪਵਾ ਦਿਓ ਮੈਂ ਨਹੀਂ ਮੁੜਦਾ। ਬਿਲਕੁਲ, ਮਤਲਬ ਅੱਜ ਤੁਹਾਨੂੰ ਇਹੋ ਜਿਹੇ ਦੇਸ਼ ਹੈਗੇ ਨੇ ਜੋ 3-3 6-6 ਸਾਲ ਦੇ ਵੀਜ਼ੇ ਦਿੰਦੇ ਪਏ ਨੇ, ਤੇ ਹਜੇ ਵੀ ਉਹੀ ਸੋਚ ਹੈ ਇੱਕ ਵਾਰ ਧਰਤੀ ਤੇ ਪੈਰ ਪਵਾ ਦਿਓ। ਉਹ ਕਹਿੰਦੇ ਆ ਕਈ ਵਾਰ ਪੈਰ ਪਾਓ, ਆਪਣੇ ਘਰੇ ਜਾਓ, ਛੁੱਟੀ ਮਨਾ ਕੇ ਆਓ, ਦੀਵਾਲੀ ਮਨਾਉਣ ਇੰਡੀਆ ਆਓ, ਵਾਪਸ UK ਆਓ। ਪਰ ਆ ਜਿਹੜੀ ਜਨਸੈਨਾ ਸਟੂਡੈਂਟਸ ਦੀ ਕਹਿੰਦੀ ਨਹੀਂ, ਇੱਕ ਵਾਰ ਧਰਤੀ ਤੇ ਪੈਰ ਬਸ। ਤੇ ਉਹਨਾਂ ਲਈ ਓਪਰਚੁਨਿਟੀ ਹੈ ਜਿਹੜੇ ਕਹਿੰਦੇ ਬਸ ਆ ਵੀਜ਼ਾ ਖੁੱਲਿਆ ਹੋਇਆ ਤੇ ਲਵਾ ਲਈਏ ਜਿੱਥੇ ਲੱਗਦਾ ਹੈਗਾ। ਬਟ ਅਗੇਨ ਇਹ ਟਾਈਮ ਚੇਂਜ ਹੋਏਗਾ, ਅੱਜ ਨਹੀਂ ਹੋਏਗਾ ਤਾਂ ਅਗਲੇ ਸਾਲ ਹੋਏਗਾ ਜਦ ਫਿਲਟਰੇਸ਼ਨ ਸ਼ੁਰੂ ਹੋ ਜਾਏਗੀ, ਕਿਉਂਕਿ ਇੰਡੀਆ ਦੇ ਵਿੱਚ ਪਾਪੂਲੇਸ਼ਨ ਦੀ ਕਮੀ ਨਹੀਂ, ਯੂਨੀਵਰਸਿਟੀਆਂ ਨੂੰ ਸਟੂਡੈਂਟ ਦਾ ਕੋਈ ਘਾਟ ਨਹੀਂ ਹੈ। ਉਹ 2 ਮਹੀਨੇ ਇੱਕ ਇਨਟੇਕ ਪੰਜਾਬ ਹਰਿਆਣਾ ਕਿਹੜੇ ਏਰੀਆ ਨੂੰ ਬੰਦ ਕਰਕੇ ਚਲਾ ਸਕਦੇ ਹਾਂ ਆਪਣੀ ਯੂਨੀਵਰਸਿਟੀਆਂ। ਆਪਾਂ ਤਨਖਾਹਾਂ ਨਹੀਂ ਦਿੰਦੇ ਉਹਨਾਂ ਦੇ ਪੂਰੇ ਸਾਲਾਂ ਦੀਆਂ, ਹਾਂ ਇੱਕ ਇਨਟੇਕ ਦਾ ਉਹਨਾਂ ਦਾ ਰੈਵਨਿਊ ਜ਼ਰੂਰ ਵਧਾਉਂਦੇ ਹੋਵਾਂਗੇ, ਤਾਂ ਉਹ ਚੱਲ ਜਾਣਗੀਆਂ ਯੂਨੀਵਰਸਿਟੀਆਂ। ਆਪਾਂ ਨੂੰ ਚੇਂਜ ਕਰਨਾ ਪਏਗਾ ਆਪਣਾ ਪਰਸਪੈਕਟਿਵ, ਬਾਹਰ ਜਾ ਕੇ ਪੜ੍ਹਨ ਦਾ, ਚਾਹੇ ਉਹ ਫਿਰ UK ਜਾਂ ਕੈਨੇਡਾ। ਬਹੁਤ ਬਹੁਤ ਥੈਂਕਸ ਸਰ ਕਿ ਤੁਸੀਂ ਅੱਜ ਕੈਨੇਡਾ ਔਰ UK ਬਾਰੇ ਬਹੁਤ ਹੀ ਖਾਸ ਗੱਲਾਂ ਸਟੂਡੈਂਟਸ ਨਾਲ ਸਾਂਝੀਆਂ ਕੀਤੀਆਂ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।